सतनाम श्री वाहिगुरु साहिब जीओ। सतनाम श्री वाहिगुरु साहिब जीओ। धन 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 जन आया, जिस प्रसाद सब जगत तराया। जन आवन का यह सुआओ, जन कै संग चित्ते आवै नाओ। आप मुक्त मुक्त करे संसार, नानक तिस जन को सदा नमस्कार। ऐसी ऐसी मेरे लाल, तुझ बिन कौन करे। 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 कौन करे तुझ बिन कौन करे। कौन करे तुझ बिन कौन करे। ऐसी ऐसी मेरे लाल, तुझ बिन कौन करे। ऐसी ऐसी मेरे लाल, तुझ बिन कौन करे। ऐसी लाल, तुझ बिन कौन करे। गरीब निवाज गुसैया मेरा, माथे छत्र तरह। जांकी छोत जगत को लागै, तां पर तू ही टरै। नीचा ऊंच करे मेरा गोबिंद, नीचा ऊंच करे मेरा गोबिंद। काहूँ ते ना डरै। नामदेव कबीर तिलोचन, सदना सैन तरह।
कह रविदास सुनो रे संत हो, हर जियो ते सब सर। मेरी नमस्कार तेरे चरना ते, गरीबां नूं निवाजण वालिया। नमस्कार तेरे चरना ते, गरीबां नूं निवाजण वालिया। गरीबां नूं जी निवाजन 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 वालिया। मेरी नमस्कार तेरे चरना ते जी, गरीबां नूं। मेरी नमस्कार तेरे चरना ते, गरीब निवाज गुसाइया मेरा माथे छत्र तरै। जाकी शोत जगत को लाग तां पर तू ही टरै। परम सत्कारयोग गुरु स्वरूप गुरु खालसा साध संगत जी, जितने भी माई भाई सिख संगतां, धन धन साहिब श्री गुरु ग्रंथ साहिब जी महाराज जी आंदे पावन पवित्र चरण कमलों दे विच हाजरियां भर रहे हो। सब बड़ भागे हो, क्योंकि एक महान महापुरख भगत रविदास जी महाराज, जिन्हां दे प्रकाश पुरब नूं मनाउण दे वास्ते सिख संगतां ने उद्यम उपराला कीता और सतगुरां दी पवित्र गुरबाणी तुरकी बाणी आई। तिन सगली चिंत मिटाई जी आंदी श्री अखंड पाठ साहब प्रकाश करवाई। और सिख संगतां
ਗੁਰਬਾਣੀ ਅਤੇ ਸੇਵਾ ਤੋਂ ਲਾਹੇ ਪ੍ਰਾਪਤ ਕਰ ਰਹੇ ਹਨ। ਤਾਂ ਜਿਤਨਾ ਕੁ ਸਮਾਂ ਆਪਣੇ ਪਾਸ ਕੀਰਤਨ ਦੀਵਾਨ ਦਾ ਹੈ, ਇੰਨੇ ਕੁ ਸਮੇਂ ਤੋਂ ਵੀ ਲਾਹੇ ਪ੍ਰਾਪਤ ਕਰੀਏ, ਰੌਲੇ ਗੌਲੇ ਤੋਂ ਸੰਕੋਚ ਕਰੀਏ। ਕਿਉਂਕਿ ਜਦ ਇਸੇ ਤਰ੍ਹਾਂ ਦਾ ਰੌਲਾ ਗੌਲਾ ਹੁੰਦਾ ਰਹੇ ਤਾਂ ਜੋ ਗੁਰਬਾਣੀ ਹੈ, ਕੀਰਤਨ ਹੈ, ਇਸ ਦੀ ਆਪਾਂ ਨੂੰ ਸਮਝ ਵੀ ਨਹੀਂ ਪੈਂਦੀ। ਧਿਆਨ ਗੁਰਬਾਣੀ ਦੇ ਵਿੱਚ, ਕੀਰਤਨ ਦੇ ਵਿੱਚ, ਕਥਾ ਵਿਚਾਰ ਦੇ ਵਿੱਚ ਨਹੀਂ ਜੁੜ ਸਕਦਾ। ਔਰ ਧਿਆਨ ਦਿੱਤੇ ਤੋਂ ਬਿਨਾ ਭਾਵੇਂ ਕੋਈ ਦੁਨਿਆਵੀ ਗੱਲ ਹੋਵੇ, ਭਾਵੇਂ ਪਰਮਾਰਥਿਕ ਵਿਚਾਰਾਂ ਹੋਣ, ਜਿੰਨਾ ਚਿਰ ਧਿਆਨ ਨਹੀਂ ਦਿੱਤਾ ਜਾਂਦਾ, ਧਿਆਨ ਨਹੀਂ ਜੋੜਿਆ ਜਾਂਦਾ, ਉਹਨਾਂ ਚਿਰ ਵਿਚਾਰ ਸਮਝ ਨਹੀਂ ਪੈਂਦੀ। ਫਿਰ ਵਿਚਾਰ ਸਮਝ ਪਏ ਤੋਂ ਬਿਨਾ ਜੋ ਗੁਰਬਾਣੀ ਅਤੇ ਕਥਾ ਕੀਰਤਨ ਦੇ ਵਿੱਚ ਰਸ ਹੈ, ਆਨੰਦ ਹੈ, ਉਹ ਵੀ ਸਾਨੂੰ ਨਹੀਂ ਪ੍ਰਾਪਤ ਹੁੰਦਾ। ਗੁਰਬਾਣੀ ਕਥਾ ਕੀਰਤਨ ਦਾ ਰਸ, ਆਨੰਦ ਉਹ ਤਦ ਹੀ ਪ੍ਰਾਪਤ ਹੁੰਦਾ ਹੈ ਜਦ ਵਿਚਾਰ ਵੱਲ, ਸ਼ਬਦ ਵੱਲ ਧਿਆਨ ਦਿੱਤਾ ਜਾਵੇ। ਤਾਂ ਤੇ ਜਿੰਨਾ ਕੁ ਸਮਾਂ ਆਪਣੇ ਪਾਸ ਕੀਰਤਨ ਦਾ ਹੈ, ਹਰੀ ਜਸ ਦਾ ਹੈ, ਉਨੇ ਕੁ ਸਮੇਂ ਤੋਂ ਲਾਭ ਉਠਾਈਏ, ਲਾਹੇ ਲਈਏ। ਭਗਤ ਰਵਿਦਾਸ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਨੂੰ ਸਮੂਹ ਸਿੱਖ ਸੰਗਤਾਂ ਬੜੇ ਉਦਮ ਉਪਰਾਲੇ ਪੁਰਸ਼ਾਰਥ ਦੇ ਨਾਲ ਮਨਾ ਰਹੇ ਹਨ। ਭਗਤ ਜੀਆਂ ਦਾ ਅਵਤਾਰ ਕਾਂਸ਼ੀਪੁਰੀ ਦੇ ਵਿੱਚ ਹੋਇਆ। ਫੇਰ ਸਾਧ ਸੰਗਤ ਜਿੱਥੇ ਕਿੱਥੇ ਜਸ ਫੈਲਿਆ, ਉਹ ਸਮੇਂ ਦੇ ਅਨੁਸਾਰ ਪਹਿਲੇ ਪਹਿਲ ਤੇ ਕਾਸ਼ੀ ਸ਼ਹਿਰ ਦੇ ਵਿੱਚ ਹੀ ਫੇਰ ਸਾਧ ਸੰਗਤ ਹੁੰਦੇ ਭਗਤ ਰਵਿਦਾਸ ਜੀਆਂ ਦਾ ਜਸ ਹੁਣ ਸਾਰੀ ਦੁਨੀਆ ਦੇ ਵਿੱਚ ਪ੍ਰਗਟ ਹੋ ਗਿਆ। ਤਾਂ ਆਕਾਸ਼ ਮੰਡਲਾਂ ਦੇ ਵਿੱਚ ਵੀ ਭਗਤ ਜੀਆਂ ਦਾ ਜਸ ਹੋਇਆ। ਜੋ ਕਿਛ ਕਰੈ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ, ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਗੁਰੂ ਮਹਾਰਾਜ ਜੀ ਦੱਸਣਾ ਕਰਦੇ ਹਨ, ਜੋ ਕਿਛ ਕਰੈ ਸੋਈ ਪ੍ਰਭ ਮਾਨੈ। ਰੱਬ ਦੇ ਪਿਆਰੇ ਜੋ ਵੀ ਕਰਤੱਵ, ਜੋ ਵੀ ਕਾਰਜ ਕਰਦੇ ਹਨ, ਉਹ ਪਰਮੇਸ਼ਵਰ ਉਹਨਾਂ ਦੀ ਮੰਨਦਾ ਹੈ। ਜੋ ਕਿਛ ਕਰੈ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ। ਕਿਉਂਕਿ ਰੱਬ ਦੇ ਪਿਆਰੇ ਅੱਠੇ ਪਹਿਰ ਆਪਣੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੱਤੇ ਰਹਿੰਦੇ ਹਨ, ਰੰਗੇ ਰਹਿੰਦੇ ਹਨ। ਫਿਰ ਅੱਗੇ ਦੱਸਣਾ ਕਰਦੇ ਹਨ, ਤਿਨ ਕੀ ਸੋਭਾ ਸਭਨੀ ਥਾਈ। ਕੇਵਲ ਇੱਕ ਪੁਰੀ, ਇੱਕ ਦੇਸ਼, ਔਰ ਕੇਵਲ ਇਹ ਦੁਨੀਆ ਦੇ ਵਿੱਚ ਹੀ ਨਹੀਂ, ਬਲਕਿ ਆਕਾਸ਼ ਮੰਡਲਾਂ ਦੇ ਵਿੱਚ ਵੀ ਉਹਨਾਂ ਰੱਬ ਦੇ ਪਿਆਰਿਆਂ ਦਾ ਜਸ ਹੁੰਦਾ ਹੈ। ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਜਿਨ੍ਹਾਂ ਨੇ ਆਪਣੇ ਪ੍ਰਭੂ ਦੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਜੋੜਨਾ ਕੀਤਾ। ਫੇਰ ਸਾਧ ਸੰਗਤ ਦੁਨੀਆ ਦੇ ਵਿੱਚ ਰਹਿੰਦੇ ਹੋਏ, ਸੰਸਾਰ ਦੇ ਵਿੱਚ ਰਹਿੰਦੇ ਹੋਏ, ਜਿੱਥੇ ਆਪ ਆਨੰਦ ਦਾ ਜੀਵਨ ਬਤੀਤ ਕਰਦੇ ਹਨ, ਉੱਥੇ ਸਾਧ ਸੰਗਤ ਹੋਰ ਦੁਨੀਆ ਦਾ ਵੀ ਬੇਅੰਤ ਦੁਨੀਆ ਦਾ ਭਲਾ ਕਰਦੇ ਹਨ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਸ ਰੱਬ ਦੇ ਪਿਆਰੇ ਨੂੰ ਤੇ ਸਦਾ ਨਮਸਕਾਰ ਕਰਨੀ ਬਣਦੀ ਹੈ, ਜੋ ਆਪ ਤੇ ਮੁਕਤ ਹੁੰਦੇ ਹੀ ਹਨ ਔਰ ਦੁਨੀਆ ਨੂੰ ਵੀ ਮੁਕਤ ਕਰਦੇ ਹਨ। ਇੱਕ ਇੱਕ ਬਚਨ ਉਹਨਾਂ ਮਹਾਂਪੁਰਖਾਂ ਦਾ ਔਰ ਕਰੋੜਾਂ ਕਰੋੜਾਂ ਦਾ ਉਧਾਰ ਕਰਨ ਨੂੰ ਸਮਰੱਥ ਹੁੰਦਾ ਹੈ, ਜੇ ਕੋਈ ਸ਼ਰਧਾ ਦੇ ਨਾਲ, ਵਿਸ਼ਵਾਸ ਦੇ ਨਾਲ ਮਹਾਂਪੁਰਖਾਂ ਦਾ ਬਚਨ ਕਮਾ ਲਵੇ।
ਤਾਂ ਸਾਧ ਸੰਗਤ ਕਾਂਸ਼ੀ ਸ਼ਹਿਰ ਦੇ ਵਿੱਚ ਹੀ ਰਹਿੰਦੇ ਹੋਏ ਭਗਤ ਜੀਆਂ ਦਾ ਜਸ ਦੂਰ ਦੂਰ ਤੱਕ ਫੈਲਿਆ। ਪਰ ਕਾਰਜ ਜੋ ਕਰਦੇ ਹਨ, ਕਿਰਤ ਕਰਦੇ ਹਨ, ਨੇਕ ਨੀਤੀ ਦੀ ਕਮਾਈ ਕਰਦੇ ਹਨ, ਇਹ ਸਭਨਾਂ ਨੂੰ ਹੀ ਪਤਾ ਹੈ ਕਿ ਉਹ ਇੱਕ ਕੱਖਾਂ ਦੀ ਛੰਨ ਬਣਾ ਕੇ ਤੇ ਫਿਰ ਉਸ ਦੇ ਵਿੱਚ ਜੁੱਤੀਆਂ ਆਦਿ ਗੰਢਣ ਦਾ ਕੰਮ ਕਿਰਤ ਕਰਦੇ ਸਨ। ਇਹ ਤੇ ਵਾਰਤਾ ਸਭਨਾਂ ਨੂੰ ਹੀ ਪਤਾ ਹੈ। ਔਰ ਪਤਾ ਨਾਲ ਦੀ ਨਾਲ ਇਹ ਵੀ ਹੈ ਕਿ ਕੇਵਲ ਜੁੱਤੀਆਂ ਗੰਢਣ ਦੀ ਕਿਰਤ ਨਹੀਂ ਕਰਦੇ, ਉਹ ਲੋਕਾਂ ਦੇ ਟੁੱਟੇ ਹੋਏ ਮਨਾਂ ਨੂੰ ਵੀ ਰੱਬ ਦੇ ਨਾਲ ਜੋੜਦੇ ਹਨ। ਜੋ ਦੁਨੀਆ ਤੋਂ ਭੁੱਲੇ ਭਟਕੇ ਲੋਕ ਹਨ ਨਾ, ਔਰ ਕੇਵਲ ਤੇ ਕੇਵਲ ਦੁਨੀਆ ਨੂੰ ਸਭ ਕੁਝ ਸਮਝ ਕੇ ਮਨੁੱਖਾ ਜੀਵਨ ਬਰਬਾਦ ਕਰਦੇ ਹੈ, ਇਹੋ ਜਿਹੇ ਲੋਕਾਂ ਨੂੰ ਵੀ ਸੱਤ ਦਾ ਉਪਦੇਸ਼ ਦੇ ਕੇ, ਨਾਮ ਦਾ ਉਪਦੇਸ਼ ਦੇ ਕੇ ਭਗਤ ਰਵਿਦਾਸ ਜੀਆਂ ਵਰਗੇ ਮਹਾਂਪੁਰਖ ਉਸ ਰੱਬ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨਾ ਕਰਦੇ ਹਨ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। ਰੱਬ ਨਾਲ ਜੋੜਦੇ ਜੀ, ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ। ਰੱਬ ਨਾਲ ਜੋੜਦੇ ਜੀ, ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ। संत साई जी के भव जल तारनार, सब ते ऊंचे जानिए नानक नाम प्यार। साध संगत भगत रविदास जियां दा समय के अनुसार जस
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਰ ਦੂਰ ਤੱਕ ਫੈਲ ਜਾਂਦਾ ਹੈ। ਔਰ ਦੁਨੀਆ ਦੇ ਲੋਕ ਆ ਕੇ ਦਰਸ਼ਨ ਕਰਦੇ ਹਨ, ਨਮਸਕਾਰਾਂ ਕਰਦੇ ਹਨ। ਹੋਰ ਅਮੀਰ ਧਨਾਢ ਲੋਕ, ਰਾਜੇ ਮਹਾਰਾਜੇ, ਉਹ ਵੀ ਆ ਕੇ ਭਗਤ ਜੀਆਂ ਦੀ ਚਰਨ ਪਾਹੁਲ ਲੈਂਦੇ ਹਨ, ਚਰਨਾ ਅੰਮ੍ਰਿਤ ਲੈਂਦੇ ਹਨ, ਭਗਤ ਜੀਆਂ ਦਾ ਉਪਦੇਸ਼ ਗ੍ਰਹਿਣ ਕਰਦੇ ਹਨ। ਜਦ ਇਸ ਤਰ੍ਹਾਂ ਦਾ ਜਸ ਭਗਤ ਜੀਆਂ ਦਾ ਦੂਣਾ ਚੌਣਾ ਵੱਧਦਾ ਹੀ ਵੱਧਦਾ ਜਾਂਦਾ ਹੈ ਦਿਨ ਪ੍ਰਤੀ ਦਿਨ, ਤਾਂ ਕੁਝ ਕੁ ਬ੍ਰਾਹਮਣ ਲੋਕ, ਇਹਨਾਂ ਦੇ ਮਨ ਦੇ ਵਿੱਚ ਬੜੀ ਈਰਖਾ ਹੋਈ ਇਸ ਗੱਲ ਦੀ, ਕਿਉਂਕਿ ਜਿੱਥੇ ਫੁੱਲ ਹੋਵੇ ਉੱਥੇ ਨਾਲ ਕੰਡੇ ਵੀ ਹੋਇਆ ਕਰਦੇ ਹਨ। ਜਿੱਥੇ ਜਸ ਕਰਨ ਵਾਲੇ ਹਨ, ਵਡਿਆਈ ਕਰਨ ਵਾਲੇ ਹਨ, ਉੱਥੇ ਵਿੱਚ ਨਿੰਦਿਆ ਕਰਨ ਵਾਲੇ ਵੀ ਪੈਦਾ ਹੋ ਜਾਂਦੇ ਹਨ। ਤਾਂ ਉਹ ਬ੍ਰਾਹਮਣ ਲੋਕ ਉਹ ਭਗਤ ਜੀਆਂ ਦਾ ਜਸ ਇੰਨਾ ਹੁੰਦਾ ਹੋਇਆ ਬਰਦਾਸ਼ਤ ਨਾ ਕਰ ਸਕੇ। ਉਹਨਾਂ ਨੇ ਆਪਸ ਵਿੱਚ ਮਿਲ ਕੇ ਵਿਚਾਰ ਕੀਤੀ। ਉਹ ਕਹਿਣ ਲੱਗੇ, ਜੀ ਦੇਖੋ ਰਵਿਦਾਸ ਜੀ ਇੱਕ ਸ਼ੂਦਰ ਹਨ। ਕਹਿਣ ਲੱਗੇ ਕਿ ਇਹਨਾਂ ਨੀਵੀਆਂ ਜਾਤੀਆਂ ਵਾਲਿਆਂ ਨੂੰ ਤੇ ਭਗਤੀ ਕਰਨ ਦਾ ਅਧਿਕਾਰ ਨਹੀਂ ਹੈ, ਕਿਉਂਕਿ ਮਨੂ ਜੀ ਨੇ ਸਿਮਰਤੀਆਂ ਰਚੀਆਂ। ਇਹਨਾਂ ਸਿਮਰਤੀਆਂ ਦੇ ਵਿੱਚ ਉਹਨਾਂ ਨੇ ਇਹੋ ਜਿਹਾ ਕੁਝ ਲਿਖਿਆ ਸੀ ਜੋ ਕੇਵਲ ਤੇ ਕੇਵਲ ਬ੍ਰਾਹਮਣਾਂ ਦੇ ਹੱਕ ਦੇ ਵਿੱਚ ਹੀ ਸੀ। ਬ੍ਰਾਹਮਣਾਂ ਨੂੰ ਪੂਜਣ ਦੇ ਵਾਸਤੇ ਵੀ ਕਿਹਾ ਗਿਆ, ਹੋਰ ਵੀ ਬੜਾ ਕੁਝ। ਤੇ ਸ਼ੂਦਰ ਦੇ ਵਾਸਤੇ ਉਹਨਾਂ ਨੇ ਇਹ ਕੁਝ ਲਿਖਿਆ ਕਿ ਇਹਨਾਂ ਨੂੰ ਹੋਰ ਤੇ ਕੀ ਭਗਵਾਨ ਦੇ ਠਾਕੁਰ ਦੇ ਦਰਸ਼ਨ ਕਰਨ ਦਾ ਵੀ ਅਧਿਕਾਰ ਨਹੀਂ ਹੈ, ਨਾ ਹੀ ਇਹਨਾਂ ਨੂੰ ਪੂਜਾ ਦਾ ਅਧਿਕਾਰ ਹੈ, ਔਰ ਨਾ ਹੀ ਸਤ ਦਾ ਗਿਆਨ, ਪਰਮਾਰਥਕ ਗਿਆਨ, ਰੱਬ ਦੇ ਰਾਹ ਦਾ ਗਿਆਨ ਪ੍ਰਾਪਤ ਕਰਨ ਦਾ, ਤੇ ਨਾ ਹੀ ਕਿਸੇ ਨੂੰ ਉਪਦੇਸ਼ ਦੇਣ ਦਾ ਅਧਿਕਾਰ ਹੈ। ਉਹ ਆਪਸ ਵਿੱਚ ਮਿਲ ਕੇ ਇਹ ਵਿਚਾਰਾਂ ਕਰਨ ਲੱਗੇ, ਕਿਉਂਕਿ ਭਗਤ ਜੀਆਂ ਦਾ ਜਸ ਬੜਾ ਫੈਲ ਚੁੱਕਿਆ ਸੀ ਨਾ, ਤਾਂ ਉਹ ਬਰਦਾਸ਼ਤ ਨਾ ਕਰ ਸਕੇ। ਉਹ ਵਿਚਾਰਾਂ ਕਰਨ ਲੱਗੇ ਕਿ ਦੇਖੋ, ਜੇਕਰ ਇਸ ਤਰ੍ਹਾਂ ਹੁੰਦਾ ਰਿਹਾ ਕਿ ਗਰੀਬ ਇਨਸਾਨ ਇਹ ਵੀ ਬ੍ਰਾਹਮਣਾਂ ਤੋਂ ਉੱਚੇ ਹੋ ਗਏ, ਔਰ ਵੱਡੀਆਂ ਵੱਡੀਆਂ ਜਾਤੀਆਂ ਵਾਲੇ ਵੱਡੇ ਵੱਡੇ ਧਨਾਢ ਲੋਕਾਂ ਨੂੰ ਚਰਨਾ ਅੰਮ੍ਰਿਤ ਦੇਣ ਲੱਗੇ, ਸਤ ਦਾ ਉਪਦੇਸ਼ ਦੇਣ ਲੱਗੇ, ਰੱਬ ਦੇ ਰਾਹ 'ਤੇ ਤੋਰਨ ਲੱਗੇ, ਤੇ ਫਿਰ ਬ੍ਰਾਹਮਣਾਂ ਨੂੰ ਕਿਸ ਨੇ ਪੁੱਛਣਾ ਹੈ। ਤਾਂ ਉਹ ਇਸੇ ਈਰਖਾ ਦੇ ਵਿੱਚ ਸੜਦੇ ਵਲਦੇ ਬੜੇ ਦੁਖੀ ਹੁੰਦੇ। ਤਾਂ ਇੱਕ ਦਿਨ ਇਹਨਾਂ ਨੇ ਵਿਚਾਰ ਕੀਤੀ ਕਿ ਇਉਂ ਕੀਤਾ ਜਾਵੇ, ਹੁਣ ਇੱਥੋਂ ਕਾਸ਼ੀ ਦਾ ਜੋ ਨਵਾਬ ਹੈ ਨਾ, ਉਸ ਦੇ ਪਾਸ ਜਾ ਕੇ ਆਪਾਂ ਇਸ ਗੱਲ ਦੀ ਸ਼ਿਕਾਇਤ ਕਰੀਏ, ਸਾਰੀ ਵਾਰਤਾ ਦੱਸੀਏ ਕਿ ਘੋਰ ਕਲਯੁਗ ਦਾ ਸਮਾਂ ਆ ਚੁੱਕਿਆ ਹੈ। ਜੇਕਰ ਇਹੋ ਜਿਹੇ ਕਾਰਜ ਹੁੰਦੇ ਰਹੇ, ਔਰ ਜਿਨ੍ਹਾਂ ਨੂੰ ਅਧਿਕਾਰ ਨਹੀਂ ਹੈ ਠਾਕੁਰ ਦੇ ਦਰਸ਼ਨ ਕਰਨ ਦਾ ਵੀ, ਉਹ ਠਾਕੁਰ ਦੀਆਂ ਮੂਰਤੀਆਂ ਆਪਣੇ ਘਰ ਦੇ ਵਿੱਚ, ਆਪਣੇ ਮੰਦਰ ਦੇ ਵਿੱਚ ਰੱਖੀ ਫਿਰਦੇ ਹਨ। ਸਤ ਦਾ ਉਪਦੇਸ਼ ਦੇਣ ਦਾ ਜਿਨ੍ਹਾਂ ਨੂੰ ਅਧਿਕਾਰ ਨਹੀਂ ਹੈ, ਉਹ ਸਤ ਦਾ ਉਪਦੇਸ਼ ਦਿੰਦੇ ਹਨ। ਤੇ ਇਹ ਕਲਯੁਗ ਦਾ ਸਮਾਂ ਹੈ, ਔਰ ਤੁਹਾਡੇ ਹੱਥ ਵਿੱਚ ਪਾਵਰ ਹੈ। ਜਿੱਥੋਂ ਤੱਕ ਤੁਹਾਡਾ ਹੁਕਮ ਚੱਲਦਾ ਹੈ, ਤੁਸੀਂ ਇਸ ਗੱਲ 'ਤੇ ਦ੍ਰਿੜ ਹੋ ਕੇ ਇਹ ਬੰਦ ਕਰੋ ਕਿ ਜਿਸ ਨੂੰ ਅਧਿਕਾਰ ਨਹੀਂ ਹੈ ਉਹ ਠਾਕੁਰ ਪੂਜਾ ਨਹੀਂ ਕਰ ਸਕਦਾ ਹੈ। ਤਾਂ ਇਸੇ ਤਰ੍ਹਾਂ ਦੀਆਂ ਵਿਚਾਰਾਂ ਕਰਕੇ ਤੇ ਨਵਾਬ ਦੇ ਪਾਸ ਸ਼ਿਕਾਇਤ ਕਰਨ ਦੇ ਵਾਸਤੇ ਚਲੇ ਗਏ ਹਨ। ਤਾਂ ਭਗਤ ਜੀਆਂ ਨੇ ਤੇ ਹੁਣ ਜੋ ਵੀ ਆਉਂਦਾ ਉਹਨੂੰ ਸਤ ਦਾ ਹੀ ਉਪਦੇਸ਼ ਦੇਣਾ। ਉਸੇ ਨੂੰ ਇਹੀ ਉਪਦੇਸ਼ ਦਿੰਦੇ ਕਿ ਭਾਈ ਮਨੁੱਖਾ ਜਨਮ ਜੋ ਪ੍ਰਾਪਤ ਹੋਇਆ ਹੈ ਨਾ, ਇਹ ਵਾਰ-ਵਾਰ ਤੇ ਪ੍ਰਾਪਤ ਨਹੀਂ ਹੁੰਦਾ। ਇਸ ਤੋਂ ਕੋਈ ਲਾਹਾ ਖੱਟਣਾ ਚਾਹੀਦਾ ਹੈ। ਲਾਹਾ ਕੀ ਖੱਟਣਾ ਚਾਹੀਦਾ ਹੈ ਕਿ ਗੁਰੂ ਵਾਲੇ ਬਣ ਕੇ ਨੇਕ ਨੀਤੀ ਦੀ ਕਮਾਈ ਕਰਦੇ ਹੋਏ, ਨਾਮ ਬਾਣੀ ਦਾ ਜਾਪ ਕਰਦੇ ਹੋਏ ਮਨੁੱਖਾ ਜੀਵਨ ਬਤੀਤ ਕਰੀਏ। ਉਹ ਜੀਵਨ ਬਤੀਤ ਹੀ ਨਹੀਂ, ਉਹ ਜੀਵਨ ਸਫਲਾ ਹੋਵੇਗਾ। तमाम दुखों तो जन्म मरण तो इसका छुटकारा हो जाएगा। इस तरह का उपदेश जो महापुरख पहले समयां दे विच भी दिंदे आए हैं, क्योंकि संत सहाई जी के भवजल तारनहार साधु ते महात्मा साध संगत आप ते मुक्त हुंदे ही हैं।
ਆਪ ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੱਤੇ ਹੀ ਹੁੰਦੇ ਹਨ, ਦੂਸਰਿਆਂ ਦਾ ਭਲਾ ਕਰਦੇ ਹਨ। ਤਾਂ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਇਹ ਅੰਕਿਤ ਕੀਤਾ ਕਿ ਇਹੋ ਜਿਹੇ ਮਹਾਂਪੁਰਖਾਂ ਦਾ ਇਸ ਧਰਤੀ ਤੇ ਇਸ ਦੁਨੀਆ ਤੇ ਆਉਣਾ ਵੀ ਧੰਨਤਾ ਦੇ ਯੋਗ ਹੈ, ਜਾਣਾ ਵੀ ਧੰਨਤਾ ਦੇ ਯੋਗ ਹੈ। ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਦਿਨ, ਉਹਨਾਂ ਦੀਆਂ ਯਾਦਾਂ ਸਿੱਖ ਸੰਗਤਾਂ ਮਨਾਉਂਦੇ ਹਨ, ਸਿੱਖ ਸੇਵਕ ਮਨਾਉਂਦੇ ਹਨ। ਤਦ ਵੀ ਉਹਨਾਂ ਦੇ ਬਚਨਾਂ ਨੂੰ ਸੁਣਿਆ ਜਾਂਦਾ ਹੈ ਅਤੇ ਉਹਨਾਂ ਤੋਂ ਲਾਹਾ ਕੱਟਿਆ ਜਾਂਦਾ ਹੈ। ਸਤਿਗੁਰਾਂ ਅੰਕਿਤ ਕੀਤਾ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਨਾ ਆਇਆ ਤੇ ਜਗਤ ਤਾਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ। ਜਿਨਾ ਆਇਆ ਤੇ ਜਗਤ ਤਾਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ। ਧੰਨ ਧੰਨ ਜੀ ਆਉਣਾ ਉਹਨਾਂ ਦਾ, ਧੰਨ ਧੰਨ ਜੀ ਆਉਣਾ ਉਹਨਾਂ ਦਾ। ਧੰਨ ਧੰਨ ਜੀ ਆਉਣਾ ਉਹਨਾਂ ਦਾ, ਧੰਨ ਧੰਨ ਜੀ ਆਉਣਾ ਉਹਨਾਂ ਦਾ। ਜਿਨਾ ਆਇਆ ਤੇ ਜਗਤ ਤਰ ਜਾਵੇ ਜੀ, ਜਿਨਾ ਆਇਆ ਤੇ ਜਗਤ ਤਰ ਜਾਵੇ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਭਗਤ ਜੀ ਤੇ ਨਾਮ ਬਾਣੀ ਦਾ ਉਪਦੇਸ਼ ਦੇ ਕੇ ਸਭ ਸਿੱਖ ਸੰਗਤਾਂ ਦਾ ਭਲਾ ਕਰ ਰਹੇ ਹਨ। ਬ੍ਰਾਹਮਣ ਲੋਕ ਇਹ ਈਰਖਾ ਕਰਦੇ ਹੋਏ ਨਵਾਬ ਦੇ ਪਾਸ ਪਹੁੰਚੇ। ਨਵਾਬ ਦੇ ਪਾਸ ਜਾ ਕੇ ਸਾਰੀ ਵਾਰਤਾ ਦੱਸੀ। ਕਹਿਣ ਲੱਗੇ, ਜੀ ਦੇਖੋ ਕੈਸਾ ਕਲਯੁਗ ਦਾ ਸਮਾਂ ਆ ਚੁੱਕਿਆ ਹੈ, ਜਿਨ੍ਹਾਂ ਨੂੰ ਠਾਕੁਰ ਦੇ ਦਰਸ਼ਨ ਕਰਨ ਦਾ ਵੀ ਅਧਿਕਾਰ ਨਹੀਂ ਹੈ। ਇਹਨਾਂ ਨੇ ਆਸਰਾ ਲਿਆ ਮਨੁ ਸਿਮਰਤੀ ਦਾ। ਉਹ ਕਹਿਣ ਲੱਗੇ, ਉਹਨਾਂ ਸਿਮਰਤੀਆਂ ਦੇ ਵਿੱਚ ਦੇਖੋ ਕੀ ਕੁਝ ਲਿਖਿਆ ਹੋਇਆ ਹੈ। ਇੱਥੋਂ ਤੱਕ ਵੀ ਲਿਖਿਆ ਹੋਇਆ ਹੈ ਕਿ ਸ਼ੂਦਰ ਨੂੰ ਤੇ ਠਾਕੁਰ ਦੇ ਦਰਸ਼ਨ ਕਰਨ ਦਾ ਵੀ ਅਧਿਕਾਰ ਨਹੀਂ ਹੈ, ਔਰ ਉਹ ਪੂਜਾ ਨਹੀਂ ਕਰ ਸਕਦਾ, ਠਾਕੁਰ ਦੀਆਂ ਮੂਰਤੀਆਂ ਆਪਣੇ ਪਾਸ ਨਹੀਂ ਰੱਖ ਸਕਦਾ ਹੈ। ਤੇ ਫਿਰ ਰਵਿਦਾਸ ਜੀ ਤੇ ਕਹਿੰਦੇ ਸਭ ਕੁਝ ਕਰਦੇ ਹੋਏ ਇਹ ਤੇ ਆਪਣੀ ਚਰਨ ਪੌਲ ਵੀ ਦਿੰਦੇ ਹਨ, ਇੱਥੋਂ ਕਿ ਵੱਡੇ ਧਨਾੜ ਲੋਕਾਂ ਨੂੰ ਅਤੇ ਰਾਜੇ ਮਹਾਰਾਜਿਆਂ ਨੂੰ ਵੀ ਨਾਮ ਦਾ ਉਪਦੇਸ਼ ਦਿੰਦੇ ਹਨ, ਜਿਨ੍ਹਾਂ ਨੂੰ ਕੋਈ ਉਪਦੇਸ਼ ਸਤ ਦਾ ਉਪਦੇਸ਼ ਦੇਣ ਦਾ ਅਧਿਕਾਰ ਨਹੀਂ ਹੈ।
ਤਾਂ ਇਸ ਤਰ੍ਹਾਂ ਦੀ ਇਹਨਾਂ ਨੇ ਸਾਰੀ ਵਾਰਤਾ ਦੱਸੀ। ਤੇ ਉਹ ਨਵਾਬ ਉਹ ਇਸ ਗੱਲ ਤੋਂ ਜਾਣੂ ਸੀ ਕਿ ਰਵਿਦਾਸ ਜੀ ਵਾਕਿਆ ਹੀ ਰੱਬ ਦੇ ਪਿਆਰੇ ਭਗਤ ਹਨ। ਵਾਹਿਗੁਰੂ ਉਹਨਾਂ ਦੀ ਮੰਨਦਾ ਹੈ, ਜੋ ਕਿਛ ਕਰੈ ਸੋਈ ਪ੍ਰਭ ਮੰਨੈ, ਔਰ ਜੋ ਵੀ ਬਚਨ ਕਰਨ ਉਹਨਾਂ ਦਾ ਬਚਨ ਵੀ ਸੱਤ ਹੁੰਦਾ ਹੈ। ਤਾਂ ਜਿੱਥੇ ਕਿਤੇ ਹੁਣ ਭਗਤ ਜੀਆਂ ਦਾ ਜਸ ਫੈਲਿਆ, ਇਹ ਨਵਾਬ ਨੂੰ ਵੀ ਪਤਾ ਸੀ। ਤਾਂ ਉਸਨੇ ਇਹ ਵਾਰਤਾ ਕਹੀ। ਉਹ ਕਹਿਣ ਲੱਗਿਆ ਕਿ ਦੇਖੋ, ਮੈਨੂੰ ਤਾਂ ਇਸ ਗੱਲ ਦੇ ਬਾਰੇ ਪਤਾ ਨਹੀਂ ਹੈ ਕਿ ਕਿਸ ਨੂੰ ਅਧਿਕਾਰ ਹੈ, ਕਿਸ ਨੂੰ ਨਹੀਂ ਅਧਿਕਾਰ ਹੈ, ਪਰ ਭਗਤ ਜੀਆਂ ਨੂੰ ਬੁਲਾ ਲੈਂਦੇ ਹਾਂ, ਤੁਹਾਡੇ ਸਾਹਮਣੇ ਗੱਲਬਾਤ ਹੋ ਜਾਵੇਗੀ। ਤਾਂ ਸਮੇਂ ਦੇ ਅਨੁਸਾਰ ਭਗਤ ਰਵਿਦਾਸ ਜੀਆਂ ਨੂੰ ਵੀ ਬੁਲਾਇਆ ਗਿਆ। ਇਹ ਬ੍ਰਾਹਮਣ ਵੀ ਬੜੀ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ। ਹੋਰ ਜੋ ਰਵਿਦਾਸ ਜੀਆਂ ਦੇ ਸਿੱਖ ਸੇਵਕ ਸੀ, ਉਹ ਵੀ ਬੜੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ। ਨਵਾਬ ਦੇ ਪਾਸ ਜਦ ਸਾਰੀ ਗੱਲਬਾਤ ਹੋਈ ਤਾਂ ਇਹ ਬ੍ਰਾਹਮਣ ਹੁਣ ਬਾਰ-ਬਾਰ ਇਹੀ ਕੁਝ ਕਹਿ ਰਹੇ ਹਨ ਕਿ ਇਹ ਕੁਝ ਲਿਖਿਆ ਹੋਇਆ ਹੈ। ਤਾਂ ਘੋਰ ਕਲਯੁਗ ਦਾ ਸਮਾਂ ਆ ਚੁੱਕਿਆ ਹੈ। ਤਾਂ ਨਵਾਬ ਸੁਣ ਕੇ ਕਹਿਣ ਲੱਗਿਆ ਕਿ ਭਾਈ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਹੈ, ਪਰ ਇਹ ਫੈਸਲਾ ਆਪਾਂ ਖੁਦਾ ਦੇ ਸਪੁਰਦ ਕਰ ਦਿੰਦੇ ਹਾਂ। ਉਹ ਕਹਿਣ ਲੱਗੇ ਜੀ ਕਿਸ ਤਰ੍ਹਾਂ? ਕਹਿਣ ਲੱਗੇ ਕਿ ਠਾਕੁਰ ਦੀਆਂ ਮੂਰਤੀਆਂ ਦਰਿਆ ਦੇ ਦੂਸਰੇ ਕੰਢੇ 'ਤੇ ਪਰਲੀ ਸਾਈਡ 'ਤੇ ਰੱਖ ਦਿੰਦੇ ਹਾਂ, ਔਰ ਜਿਨ੍ਹਾਂ ਦੇ ਆਵਾਜ਼ ਮਾਰੇ ਤੇ ਜਿਨ੍ਹਾਂ ਦੇ ਬੇਨਤੀ ਕੀਤਿਆਂ 'ਤੇ ਠਾਕੁਰ ਦੀਆਂ ਮੂਰਤੀਆਂ ਚੱਲ ਕੇ ਪਾਸ ਆ ਜਾਣ, ਇਹ ਮੰਨ ਲਿਆ ਜਾਵੇਗਾ ਕਿ ਉਸ ਨੂੰ ਅਧਿਕਾਰ ਹੈ ਠਾਕੁਰ ਪੂਜਾ ਦਾ, ਔਰ ਸੱਤ ਦਾ ਅਧਿਕਾਰ ਹੈ। ਠਾਕੁਰ ਦਾ ਵਾਕਿਆ ਹੀ ਉਸ ਦੇ ਨਾਲ ਪਿਆਰ ਹੈ। ਤਾਂ ਉਹ ਬ੍ਰਾਹਮਣ ਇਸ ਗੱਲ ਨੂੰ ਮੰਨ ਗਏ, ਕਿਉਂਕਿ ਉਹਨਾਂ ਨੂੰ ਆਪਣੇ ਆਪ ਦੇ ਉੱਪਰ ਇਹ ਮਾਣ ਸੀ। ਉਹਨਾਂ ਨੂੰ ਇਸ ਗੱਲ ਦਾ ਬੜਾ ਮਾਣ ਸੀ, ਬੜਾ ਅਹੰਕਾਰ ਸੀ ਕਿ ਅਸੀਂ ਬ੍ਰਾਹਮਣ ਜਾਤੀ ਦੇ ਵਿੱਚ ਪੈਦਾ ਹੋਏ ਹਾਂ, ਸਾਨੂੰ ਠਾਕੁਰ ਪੂਜਾ ਦਾ ਅਧਿਕਾਰ ਹੈ। ਪੂਜਾ ਵੀ ਕਰਦੇ ਸਨ। ਠਾਕੁਰ ਤੇ ਸਾਡੇ ਹੀ ਹਨ, ਅਸੀਂ ਜੋ ਵੀ ਬੇਨਤੀ ਕਰਾਂਗੇ ਉਹੀ ਮੰਨਣਗੇ। ਤੇ ਫਿਰ ਉਹਨਾਂ ਨੂੰ ਇਸ ਗੱਲ 'ਤੇ ਵੀ ਬੜਾ ਮਾਣ ਸੀ ਕਿ ਬ੍ਰਾਹਮਣਾਂ ਦੇ ਪਾਸ ਬਹੁਤ ਸਾਰੇ ਉਹਨਾਂ ਸਮਿਆਂ ਦੇ ਵਿੱਚ ਜੰਤਰ ਮੰਤਰ, ਟੂਣੇ ਟਾਮਣ ਆਦਿ ਦਾ ਕੰਮ ਵੀ ਹੁੰਦਾ। ਇਹ ਬੜੇ ਜੰਤਰ ਮੰਤਰਾਂ ਦੇ ਨਾਲ ਬਹੁਤ ਕੁਝ ਕਰ ਲੈਂਦੇ ਸਨ, ਬੜੇ ਟੂਣੇ ਟਾਮਣ ਆਦਿ ਕਰਕੇ ਬਹੁਤ ਕੁਝ ਕਰ ਲੈਂਦੇ ਸਨ। ਤੇ ਇਹਨਾਂ ਨੂੰ ਤੇ ਇਸ ਗੱਲ ਦਾ ਮਾਣ ਸੀ। ਉਹ ਕਹਿਣ ਲੱਗੇ ਕਿ ਸਾਨੂੰ ਇਹ ਫੈਸਲਾ ਮਨਜ਼ੂਰ ਹੈ। ਤਾਂ ਦੂਸਰੇ ਪਾਸੇ ਭਗਤ ਰਵਿਦਾਸ ਜੀਆਂ ਨੂੰ ਇਹਨਾਂ ਨੂੰ ਪੁੱਛਿਆ ਗਿਆ। ਉਹ ਕਹਿਣ ਲੱਗੇ ਜੀ ਠੀਕ ਹੈ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ। ਤਾਂ ਸਮੇਂ ਦੇ ਅਨੁਸਾਰ ਕੀ ਹੋਇਆ ਕਿ ਦਰਿਆ ਦੇ ਦੂਸਰੀ ਸਾਈਡ, ਦੂਸਰੇ ਕਿਨਾਰੇ 'ਤੇ ਠਾਕੁਰ ਦੀਆਂ ਮੂਰਤੀਆਂ ਜੋ ਰਵਿਦਾਸ ਜੀਆਂ ਦੇ ਮੰਦਿਰ ਦੇ ਵਿੱਚ ਰੱਖੀਆਂ ਹੋਈਆਂ ਸਨ ਨਾ, ਉਹਨਾਂ ਨੂੰ ਲਿਆਂਦਾ ਗਿਆ ਤੇ ਦਰਿਆ ਦੇ ਦੂਸਰੇ ਕੰਢੇ 'ਤੇ ਰੱਖ ਦਿੱਤੀਆਂ ਗਈਆਂ। ਉਰਲੇ ਪਾਸੇ ਦਰਿਆ ਦੇ ਉਰਾਰ ਵਾਲੇ ਪਾਸੇ ਇੱਧਰ ਬੜੀ ਭਾਰੀ ਗਿਣਤੀ ਦੇ ਵਿੱਚ ਬ੍ਰਾਹਮਣਾਂ ਦਾ ਇਕੱਠ ਹੋਇਆ। ਹੋਰ ਰਵਿਦਾਸ ਜੀਆਂ ਦੇ ਸਿੱਖ ਸੇਵਕ, ਇਹਨਾਂ ਦਾ ਬੜਾ ਇਕੱਠ ਹੋਇਆ। ਹੋਰ ਪਰਜਾ ਦੇ ਲੋਕ, ਦੁਨੀਆ ਦੇ ਲੋਕ ਬੜੀ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ। ਤਾਂ ਜਦ ਇਸ ਤਰ੍ਹਾਂ ਹੋਇਆ ਤਾਂ ਨਵਾਬ ਵੀ ਹੁਣ ਉੱਥੇ ਬੈਠਾ ਹੈ। ਨਵਾਬ ਦੇ ਵਜ਼ੀਰ, ਅਮੀਰ ਅਹਿਲਕਾਰ ਅਰੇ ਇਸ ਦੇ ਮੋਹਤਵਰ ਆਦਮੀ ਸਾਰੇ ਇਸ ਦੇ ਪਾਸ ਹਨ। ਤਾਂ ਨਵਾਬ ਹੁਣ ਇਹ ਚਾਹੁੰਦਾ ਸੀ ਕਿ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਫੁੰਡੇ ਜਾਣ, ਲਾਏ ਜਾਣ, ਕਿਉਂਕਿ ਇੱਕ ਤੇ ਇਹ ਦੱਸਣਾ ਚਾਹੁੰਦਾ ਸੀ ਕਿ ਦੇਖੋ, ਕਿਉਂਕਿ ਇਹ ਨਵਾਬ ਮੁਸਲਮਾਨ ਹੋਣ ਦੇ ਕਾਰਨ ਮੂਰਤੀ ਪੂਜਾ ਦੇ ਵਿਰੁੱਧ ਸੀ। ਇਹ ਕਹਿਣ ਲੱਗਿਆ ਇਹ ਤੇ ਬੁੱਤ ਪ੍ਰਸਤੀ ਹੈ, ਇਸ ਦੇ ਵਿਰੁੱਧ ਸੀ। ਤੇ ਕਹਿਣ ਲੱਗੇ ਕਿ ਉਹ ਕਿਸੇ ਵੀ ਤਰ੍ਹਾਂ ਠਾਕੁਰ ਦੀਆਂ ਮੂਰਤੀਆਂ ਨਹੀਂ ਚੱਲ ਕੇ ਆਉਣਗੀਆਂ, ਤਾਂ ਆਪਣੇ ਆਪ ਸਭ ਨੂੰ ਪਤਾ ਚੱਲ ਜਾਵੇਗਾ। ਤੇ ਦੂਸਰੀ ਗੱਲ, ਜੋ ਇਹਨਾਂ ਦਾ ਫੈਸਲਾ ਹੈ, ਝਗੜਾ ਹੈ, ਇਹ ਵੀ ਨਿਪਟ ਜਾਵੇਗਾ। ਤਾਂ ਜਦ ਇਸੇ ਤਰ੍ਹਾਂ ਠਾਕੁਰ ਦੀਆਂ ਮੂਰਤੀਆਂ ਦੂਸਰੀ ਸਾਈਡ ਰੱਖ ਕੇ ਪਹਿਲੇ ਨਵਾਬ ਨੇ ਬ੍ਰਾਹਮਣਾਂ ਨੂੰ ਕਿਹਾ ਕਿ ਬ੍ਰਾਹਮਣ ਦੇਵਤਾ ਜੀ, ਤੁਸੀਂ ਇਉਂ ਕਰੋ, ਆਪਣੇ ਭਗਵਾਨ ਨੂੰ, ਆਪਣੇ ਠਾਕੁਰ ਨੂੰ ਆਪਣੇ ਪਾਸ ਬੁਲਾਵੋ, ਬੇਨਤੀਆਂ ਕਰੋ। ਜੇਕਰ ਤੁਹਾਡੀ ਬੇਨਤੀਆਂ ਕਰਨ 'ਤੇ ਆ ਜਾਣ, ਆਪਣੇ ਆਪ ਚੱਲ ਕੇ ਆ ਜਾਣ ਤੇ ਅਸੀਂ ਮੰਨ ਲਵਾਂਗੇ। ਤਾਂ ਸਾਧ ਸੰਗਤ ਕੀ ਹੋਇਆ, ਇਹਨਾਂ ਬ੍ਰਾਹਮਣਾਂ ਨੇ ਉਸੇ ਟਾਈਮ ਠਾਕੁਰ ਦੇ ਅੱਗੇ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
काफ़ी लम्मा समा बतीत होया, सारे देखते हैं ये अजीब जिहा कौतक देख रहे हैं। तां साध संगत की होया कि जद इस तरह गल ना बनी तो वह ब्राह्मण एक दूसरे नाल विचारां करके जो जंतर मंत्र टूणे टामण आदि भी जानते सन, ये कुछ करना शुरू कर दिता। जंतर मंत्र टूणे टामण आदि करन लग पे हैं। तो ये कर करके ये भी थक जाते हैं, पर वो ठाकुर दियां मूर्तियां एक रत्ती भर भी उस स्थान तो ना हलियां जिथे जल दे विच पानी दे विच दरिया के दूसरे कंढे रखियां हुई सन। तो 2 घड़ियां इस तरह होने तो बाद वो ब्राह्मण सारे थक हार गए। थक हार के नवाब के पास कहन लगे, नवाब साहब हुण कलयुग का समा है, इस समय दे विच ठाकुर कदे भी चेतन कला दे विच नहीं आउंदा, वो तो गुप्त रह के ही दुनिया का भला करदा है। तो जद इस तरह कहा तो वह नवाब भी हस पैंदा है, होर जिहड़े लोग सन पास वो भी हसदे हैं कि हुण तक तो इन्हां ने जोर लाया, आवाज़ां मारियां, जंतर मंतर कीते, हुण कह रहे हैं कलयुग का समा है तो ठाकुर हुण चेतन कला दे विच नहीं आवेगा, गुप्त रह के दुनिया का भला करदा है। तो नवाब ने उस टाइम रविदास जियां नूं बेनती की कि भगत जी हुण तुसी अपने ठाकुर नूं बेनती करो, तुहाडा ठाकुर तुहाडी बेनती नूं मन के आ जावे तो बहुत अच्छी गल होवेगी। तो उस टाइम उस समय रविदास जियां ने की कीता, अपना चौंकड़ा लगाया, नेत्र बंद कीते, अपने प्रभु के गुण गाने शुरू कर दिते हैं, अपने परमेश्वर के गुण गाने शुरू कर दिते हैं। तो इयों रविदास जी हुण शब्द पढ़ते हैं, कूप भरियो जैसे दादरा, कश देश विदेश ना बूझ, ऐसे मेरा मन बिख्या बिमोहिया, कछ यारा पार ना सूझ, सगल भवन के नायका, एक छिन दर्श दिखाए जी। सगल भवन के नायका, सानू एक छिन दर्श दिखा जा। सगल भवन के नायका, एक छिन दर्श दिखा जा। सगल भवन के नायका, एक छिन दर्श दिखा जा। सगल भवन के नायका, सानू एक छिन दर्श दिखा जा। एक छिन दर्श दिखा जा, एक छिन दर्श दिखा जा, एक छिन दर्श दिखा जा, सानू एक छिन दर्श दिखा जा। सगल भवन के नायका, एक छिन दर्श दिखा जा। सगल भवन के नायका, एक छिन दर्श दिखा जा।
नेत्र बंद कीते, चौंकड़ा लगाया। रविदास जियां ने शब्द उचारण किया, कोप भरियो जैसे दादरा, कछ देश विदेश ना बूझ। ऐसे मेरा मन बिख्या विमोहिया, कछ यारा पार ना सूझ। सगल भवन के नायका, एक चिन दर्श दिखाए जी। मलन भई मत माधवा, तेरी गत लखी ना जाए। करो कृपा भ्रम चूकई, मैं सुमत देहो समझाए। जोगी सर पावह नहीं, तो गुण कथन आर। प्रेम भगत कै कारण, कह रविदास चमार। भगत जियां ने इस तरह का शब्द पढ़िया तो उस टाइम दुनिया के लोगों की जो निगाह सी, नज़र सी, वो ठाकुर दियां मूर्तियां ते सी। वो एक दूजे नूं कहन लगे कि सानू इउं प्रतीत हुंदा है कि ठाकुर दियां मूर्तियां चल रहीआं हन, अगे नूं आ रहीआं हन, सरक रहीआं हन। तो वो कहन लगे जी हाँ, मैनूं भी इस तरह प्रतीत हुंदा है। एक दूजे नूं पुछदे पुछदे गल्लां बातां करदे सब ने देखा कि ठाकुर दियां मूर्तियां काफ़ी अगे चल के पानी दे उपर, जल दे उपर चल तैर के अपने आप आ रहीआं हन। तो साध संगत जद अध विचकार तक पहुँच जांदियां हन, इस तरह हो जाता है। तो भगत जी तो उधर नेत्र जोड़ के अपने प्रभु के गुण गा रहे सन। उस अकाल पुरख वाहिगुरू के चरणों च मन जोड़ के शब्द उचारण कर रहे सन। दूसरा शब्द रविदास जी ने इयों उचारण किया, हम सर दीन दयाल ना तुम सर अब पतियार क्या कीजै। बड़ी निमरता दे विच आके, बड़े प्यार दे नाल, बड़ी निमरता दे बचन रविदास जी ने इयों कहे। तेरे जिहा ना दयाल सच्चे पातशाह, मेरे वर्गा पापी कोई ना। तेरे जिहा ना दयाल सच्चे पातशाह, मेरे वर्गा पापी कोई ना। हम सर दीन दयाल ना तुम सर अब पतियार क्या कीजै। बचनी तोर मोर मन मानै, जन को पूरन दीजै। हाँ बाल बल जाऊँ रमैया कारने, कारण कबन अबोल। बहुत जन्म बिछरे थे माधो, ये जन्म तुम्हारे लेखे। कह रविदास आस लग जीवों, चिर भयो दर्शन देखे। रविदास जियां ने शब्द अंकित किया कि वाहिगुरू ये भगवान बड़े जन्म विछड़िया नूं बतीत हो गए, पर हुण जो आ जन्म है ना, ये तुहाडे चरनां दे विच तुहाडे ही लेखे लाउंदा हाँ। बहुत जन्म विचरे ते माधो, ये जन्म तुम्हारे लेखे। कह रविदास आस लग जीवों, चिर भयो दर्शन देखे। ये तां जन्म तुम्हारे लेके, लेके विच लालो माधो जी। ये तां जन्म तुम्हारे लेके, लेके विच लाई मालका। लेके विच जी लाली मालका, लेके विच जी लाली मालका।
ਤਾਂ ਜਨਮ ਤੁਮਾਰੇ ਲੇਖੇ ਜੀ, ਇਹ ਜਨਮ ਤੁਮਾਰੇ ਲੇਖੇ। ਸਾਧ ਸੰਗਤ ਮਹਾਂਪੁਰਖਾਂ ਦੀ ਅਤੇ ਗੁਰੂ ਪਾਤਸ਼ਾਹ ਜੀਆਂ ਦੀ ਬਾਣੀ ਔਰ ਇਹ ਵਿਚਾਰ ਕਰੀਏ ਕਿ ਆਪਾਂ ਨੂੰ ਵੀ ਸਾਧ ਸੰਗਤ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਹੁਣ ਭਗਤ ਜੀ ਤੇ ਸਾਰੀ ਜ਼ਿੰਦਗੀ ਹੁਣ ਨਾਮ ਦੇ ਵਿੱਚ ਰੱਤੇ ਹੋਏ ਸਨ ਨਾ, ਫਿਰ ਵੀ ਕਹਿ ਰਹੇ ਹਨ ਕਿ ਮਹਾਰਾਜ ਮੇਰਾ ਜਨਮ ਹੈ ਜੋ ਲੇਖੇ ਦੇ ਵਿੱਚ ਲਾ ਲੈਣਾ। ਤੇ ਸਾਧ ਸੰਗਤ ਆਪਣਾ ਵੀ ਫਰਜ਼ ਬਣਦਾ, ਮਨੁੱਖਾ ਜਨਮ ਆਪਾਂ ਨੂੰ ਵੀ ਮਿਲਿਆ ਹੋਇਆ ਹੈ ਕਿ ਆਪਾਂ ਉਸ ਰੱਬ ਦੇ, ਉਸ ਵਾਹਿਗੁਰੂ ਦੇ ਲੇਖੇ ਦੇ ਵਿੱਚ ਕਿੰਨਾ ਕੁ ਸਮਾਂ ਲਾਉਂਦੇ ਹਾਂ। ਕਿਤੇ ਇਹ ਤਾਂ ਨਹੀਂ ਹੈ ਕਿ ਸਾਰਾ ਜੀਵਨ ਧੰਦੇ ਧੰਦਾਰਾਂ ਦੇ ਵਿੱਚ ਹੀ ਉਲਝ ਕੇ ਬਤੀਤ ਕਰ ਦਈਏ। ਕਿਤੇ ਇਹ ਤੇ ਨਹੀਂ ਹੈ ਕਿ ਸਾਰਾ ਜੀਵਨ ਕੇਵਲ ਦੁਨੀਆ ਦੇ ਲੇਖੇ ਹੀ ਲਾ ਦਈਏ, ਕੰਮਾਂ ਕਾਰਾਂ ਦੇ ਲੇਖੇ ਹੀ ਲਾ ਦਈਏ। ਆਪਾਂ ਨੂੰ ਵੀ ਇਹ ਸਿੱਖਿਆ ਲੈਣੀ ਬਣਦੀ ਹੈ। ਉਹ ਜਿਨ੍ਹਾਂ ਦਾ ਜਨਮ ਲੇਖੇ ਲੱਗਿਆ ਹੋਇਆ ਹੈ ਉਹ ਵੀ ਬੇਨਤੀਆਂ ਕਰ ਰਹੇ ਹਨ ਕਿ ਮਹਾਰਾਜ ਸਾਡਾ ਜਨਮ ਲੇਖੇ ਦੇ ਵਿੱਚ ਲਾ ਲਿਓ। ਤੇ ਸਾਧ ਸੰਗਤ ਮਨੁੱਖਾ ਜਨਮ ਆਪਾਂ ਨੂੰ ਵੀ ਮਿਲਿਆ ਹੋਇਆ ਹੈ। ਫਿਰ ਵਾਰ-ਵਾਰ ਸਾਧ ਸੰਗਤ ਮਨੁੱਖਾ ਜਨਮ ਪ੍ਰਾਪਤ ਨਹੀਂ ਹੁੰਦਾ। ਪਤਾ ਨਹੀਂ ਕਿਹੋ ਜਿਹੀਆਂ ਨਿਸ਼ਿੱਧ ਜੂਨੀਆਂ ਦੇ ਵਿੱਚ ਪਹੁੰਚ ਜਾਂਦਾ ਜੋ ਨਿਗੋਰਾ ਆਦਮੀ ਹੈ, ਜੋ ਗੁਰੂ ਵਾਲਾ ਨਹੀਂ ਬਣਿਆ ਹੈ, ਸਾਰੀ ਜ਼ਿੰਦਗੀ ਨਿਗੋਰੇਪਣੇ ਦੇ ਵਿੱਚ ਬਤੀਤ ਕਰ ਦਿੱਤੀ ਤੇ ਅੱਗੇ ਸਾਧ ਸੰਗਤ ਪਤਾ ਨਹੀਂ ਕਿਹੋ ਜਿਹੀਆਂ ਜੂਨਾਂ ਦੇ ਵਿੱਚ ਚਲਿਆ ਜਾਂਦਾ ਹੈ। ਤਾਂ ਤੇ ਆਪਾਂ ਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ। ਗੁਰੂ ਪਾਤਸ਼ਾਹ ਨੇ ਸੋਝੀ ਵੀ ਬਖਸ਼ੀ ਹੈ ਕਿ ਆਪਾਂ ਇਸ ਗੱਲ ਦੀ ਵਿਚਾਰ ਕਰ ਸਕਦੇ ਹਾਂ ਕਿ ਆਪਾਂ ਜਨਮ ਤੋਂ ਪਹਿਲਾਂ ਇਸ ਧਰਤੀ ਤੇ ਨਹੀਂ ਸੀ, ਸਰੀਰ ਤਿਆਗਣ ਤੋਂ ਬਾਅਦ ਵੀ ਨਹੀਂ ਰਹਾਂਗੇ ਤੇ ਕਿੱਥੋਂ ਆਏ ਸੀ, ਕਿੱਥੇ ਚਲੇ ਜਾਵਾਂਗੇ। ਤਾਂ ਤੇ ਗੁਰੂ ਮਹਾਰਾਜ ਜੀਆਂ ਦੀ ਗੁਰਬਾਣੀ ਪੜ੍ਹ ਕੇ ਸੁਣ ਕੇ ਸਿੱਖਿਆ ਲਈਏ ਕਿ ਆਪਾਂ ਵੀ ਆਪਣੇ ਸਮੇਂ ਦੇ ਵਿੱਚੋਂ ਵੱਧ ਤੋਂ ਵੱਧ ਸਮਾਂ ਕੱਢ ਕੇ ਗੁਰੂ ਦੇ ਲੇਖੇ ਲਾਈਏ। ਉਮਰ ਉਹਾਂ ਵਿੱਚ ਲੇਖੇ ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ। ਉਹੀ ਸਮਾਂ ਲੇਖੇ ਦੇ ਵਿੱਚ ਹੈ ਜੋ ਰੱਬ ਦੀ ਯਾਦ ਦੇ ਵਿੱਚ ਗੁਜ਼ਰਦਾ। ਜਿਸ ਤਰ੍ਹਾਂ ਹੁਣ ਸਿੱਖ ਸੰਗਤਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠੇ ਹਾਂ, ਸੁਭਾਏ ਮਾਣ ਹਾਂ, ਇਹੀ ਸਮਾਂ ਸਾਧ ਸੰਗਤ ਲੇਖੇ ਦੇ ਵਿੱਚ ਲੱਗਦਾ। ਆਪਣਾ ਵੀ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਸਮਾਂ ਕੱਢੀਏ ਨਾਮ ਦਾ, ਨਾਮ ਜਪਣਾ, ਬਾਣੀ ਪੜ੍ਹਨੀ, ਗੁਰਬਾਣੀ ਸੁਣਨੀ, ਕਥਾ ਕੀਰਤਨ ਸੁਣਨਾ ਅਤੇ ਗੁਰੂ ਕੇ ਦਰ 'ਤੇ ਜਾ ਕੇ ਸੇਵਾ ਕਰਨੀ। ਸਾਧ ਸੰਗਤ ਗੁਰੂ ਵਾਲੇ ਬਣ ਕੇ ਉਹ ਕੁਝ ਕਰਦੇ ਹੋਏ ਜਨਮ ਫੇਰ ਲੇਖੇ ਦੇ ਵਿੱਚ ਲੱਗਦਾ ਹੈ, ਫੇਰ ਜਨਮ ਸਫਲਾ ਹੁੰਦਾ ਹੈ। ਤਾਂ ਰਵਿਦਾਸ ਜੀ ਸਾਧ ਸੰਗਤ ਆਪਣੇ ਭਗਵਾਨ, ਆਪਣੇ ਠਾਕੁਰ ਦੇ ਅੱਗੇ ਬੇਨਤੀਆਂ ਕਰਦੇ ਹਨ, ਸ਼ਬਦ ਉਚਾਰਨ ਕਰਦੇ ਹਨ ਕਿ ਬੜੇ ਜਨਮਾਂ ਤੋਂ ਇਹ ਵਾਹਿਗੁਰੂ, ਇਹ ਮਾਲਕ ਤੇਰੇ ਚਰਨਾਂ ਦੇ ਨਾਲੋਂ ਵਿਛੜੇ ਰਹੇ, ਹੁਣ ਆਹ ਜਨਮ ਮਨੁੱਖਾ ਹੈ ਔਰ ਇਹ ਜਨਮ ਤੁਸੀਂ ਲੇਖੇ ਦੇ ਵਿੱਚ ਲਾ ਲੈਣਾ। ਬਹੁਤ ਜਨਮ ਵਿਛਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਿ ਐ ਮਾਲਕ, ਇਹ ਮੇਰੇ ਠਾਕੁਰ, ਮੈਂ ਤੇ ਇਸੇ ਆਸ ਦੇ ਵਿੱਚ ਜੀਂਦਾ ਹਾਂ ਕਿ ਕਦੇ ਤੇਰੇ ਦਰਸ਼ਨ ਹੋ ਜਾਣ, ਕਦੇ ਤੇਰੇ ਨਾਲ ਮਿਲਾਪ ਹੋਵੇਗਾ। ਬਸ ਇੱਕੋ ਹੀ ਆਸ ਹੈ ਮੇਰੇ ਜੀਵਨ ਦਾ, ਮੇਰੇ ਜਿਉਣ ਦਾ ਮਕਸਦ ਇਹੀ ਹੈ। ਤੇ ਸਾਧ ਸੰਗਤ ਆਪਾਂ ਜਿਉਣ ਦਾ ਮਕਸਦ ਹੋਰ ਨਾ ਬਣਾ ਲਈਏ ਕਿਤੇ ਭੁੱਲ ਕੇ। ਆਪਣਾ ਵੀ ਇਹੀ ਹੋਣਾ ਚਾਹੀਦਾ ਹੈ ਕਿ ਇਹ ਮਾਲਕ, ਇਹ ਵਾਹਿਗੁਰੂ, ਅਸੀਂ ਤੇਰੇ ਨਾਲੋਂ ਵਿਛੜੇ ਹਾਂ, ਭੁੱਲੇ ਹਾਂ, ਸਾਡੇ ਤੇ ਵੀ ਮਿਹਰ ਕਰ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਾ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਕਿ ਵਾਹਿਗੁਰੂ ਸਾਡੇ ਤੇ ਵੀ ਮਿਹਰ ਕਰਕੇ ਸਾਨੂੰ ਵੀ ਭੁੱਲੇ ਭਟਕੇ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਾ। ਆਪਣੀ ਮਿਹਰ ਕਰਕੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ। ਸਾਧ ਸੰਗਤ ਰਵਿਦਾਸ ਜੀਆਂ ਨੇ ਸ਼ਬਦ ਉਚਾਰਨ ਕੀਤਾ ਤੇ ਉਹ ਠਾਕੁਰ ਦੀਆਂ ਮੂਰਤੀਆਂ ਹੁਣ ਪਾਣੀ ਦੇ ਉੱਪਰ, ਜਲ ਦੇ ਉੱਪਰ ਤੈਰ ਕੇ ਆਪਣੇ ਆਪ ਪਾਸ ਆ ਗਈਆਂ। ਦੂਸਰੇ ਕਿਨਾਰੇ ਜਿੱਧਰ ਸਾਰੇ ਦੁਨੀਆ ਦੇ ਲੋਕ, ਬ੍ਰਾਹਮਣ ਆਦਿ, ਰਵਿਦਾਸ ਜੀਆਂ ਦੇ ਸਿੱਖ ਸੇਵਕ ਇਹ ਖੜੇ ਸਨ, ਉੱਧਰ ਆ ਗਈਆਂ। ਤੇ ਸਭਨਾਂ ਨੇ ਉੱਚੀ ਆਵਾਜ਼ ਦੇ ਵਿੱਚ, ਸਿੱਖ ਸੰਗਤਾਂ ਨੇ ਰਵਿਦਾਸ ਜੀਆਂ ਦੇ ਨਾਮ ਦੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ।
जै जयकारां शुरू कर दित्तियां। साध संगत हर मन तन वसिया सोई, जय जयकार करे सब कोई। रब दे प्यारिਆਂ ਦੀ जय जयकार साध संगत ਪਹਿਲੇ ਸਮਿਆਂ ਦੇ ਵਿੱਚ ਵੀ ਹੁੰਦੀ ਆਈ ਹੈ, ਹੁਣ ਵੀ ਹੁੰਦੀ ਹੈ, ਅੱਗੇ ਨੂੰ ਵੀ ਹੁੰਦੀ ਰਹੇਗੀ। ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੋ ਗਿਆ ਹੈ। हर मन तन वसिया सोई, जय जयकार करे सब कोई। गुरपूरे की वडियाई ताकि कीमत कही ना जाई। हो रही है जी तेरी जय जयकार, हो रही है तेरी जय जयकार। हो रही है तेरी जय जयकार, हो रही है तेरी जय जयकार। जय जयकार तेरी जय जयकार, जय जयकार तेरी जय जयकार। जय जयकार तेरी जय जयकार, जय जयकार तेरी जय जयकार। हो रही है तेरी जय जयकार, हो रही है तेरी जय जयकार। हर मन तन वसिया सोई, जय जयकार करे सब कोई। गुरपूरे की वडियाई ताकि कीमत कही ना जाई। काशी शहर दे विच जिथे बड़ी भारी गिनती दे विच सिख सेवक ब्राह्मणा और प्रजा दे लोगां दा होर बड़ा इकट्ठ होया सी। इत्थे रविदास जियां दे नाम दियां जय जयकारां गूंजन लगियां। बड़ी उच्ची धुनी दे नाल, उच्ची आवाज़ दे नाल सिख सेवक क्योंकि मन दे विच बड़ी खुशी, बड़ा उत्साह होया इस गल दा कि भगवान ने रविदास जियां दे कहण दे अनुसार और ये चमत्कार भी दिखा दिता और इन्हां दी आशा भी पूरी कर दिती और जो कुछ सी वो न्याय भी कर दिता। ते साध संगत इस तरह जय जयकारा होईयां। जय जयकार दे जयकारियां दे नाल साध संगत सारा वातावरण गूंज उठिया। कहंदे कि उस समय काशी दे विच जिन्ने भी मंदिर सन, सारे मंदिरां दे विच लगे हुए टल अपने आप खड़कने शुरू हो गए। पए हुए संखां दे विचों अपने आप आवाज़ां आउणियां शुरू हो गईयां।
तकरीबन सारा ही वातावरण इस तरह गूंज उठिया, सारा माहौल बदल गया। ਤਾਂ ਸਾਧ ਸੰਗਤ ਉਹ ਬ੍ਰਾਹਮਣ ਆਦਿ ਸਨ ਅਤੇ ਉਹਨਾਂ ਨੂੰ ਤਾਂ ਬੜਾ ਦੁੱਖ ਹੋਇਆ ਇਸ ਗੱਲ ਦਾ। ਉਹ ਤਾਂ ਤੋਂ ਖਿਸਕਣੇ ਸ਼ੁਰੂ ਹੋ ਗਏ। ਤਾਂ ਸਾਧ ਸੰਗਤ ਉਹ ਨਵਾਬ ਫਿਰ ਇਹਨਾਂ ਨੂੰ ਕਹਿਣ ਲੱਗਿਆ ਕਿ ਦੇਖੋ ਤੁਸੀਂ ਤਾਂ ਕਿਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਸਨ, ਤੁਹਾਡੀਆਂ ਆਵਾਜ਼ਾਂ ਮਾਰਨ 'ਤੇ ਮੰਤਰ ਯੰਤਰ ਪੜ੍ਹਨ 'ਤੇ ਠਾਕੁਰ ਨੇ ਕੁਝ ਵੀ ਨਹੀਂ ਕੀਤਾ, ਕੁਝ ਵੀ ਨਹੀਂ ਸੁਣਿਆ। ਅਤੇ ਰਵਿਦਾਸ ਜੀਆਂ ਨੇ ਤਾਂ ਨੇਤਰ ਬੰਦ ਕਰਕੇ ਅੰਦਰੋਂ ਅੰਦਰ ਹੀ ਆਪਣੇ ਪ੍ਰਭੂ ਦੇ ਗੁਣ ਗਾਏ ਹਨ ਅਤੇ ਭਗਵਾਨ ਜੀ ਚੱਲ ਕੇ ਇਹਨਾਂ ਦੇ ਪਾਸ ਆ ਗਏ ਹਨ। ਤਾਂ ਸਾਧ ਸੰਗਤ ਇਸ ਤਰ੍ਹਾਂ ਰਵਿਦਾਸ ਜੀਆਂ ਦਾ ਜਸ ਜਿੱਥੇ ਪਹਿਲੇ ਸੀ ਉਸ ਨਾਲੋਂ ਵੀ ਦੂਣਾ ਚੌਣਾ ਹੁਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਧ ਜਾਂਦਾ ਹੈ। ਤਾਂ ਉਹਨਾਂ ਮੂਰਤੀਆਂ ਠਾਕੁਰ ਦੀਆਂ ਮੂਰਤੀਆਂ ਨੂੰ ਚੁਕਵਾ ਕੇ ਆਪਣੇ ਪਾਸ ਆਪਣੇ ਮੰਦਰ ਦੇ ਵਿੱਚ ਲੈ ਆਉਂਦੇ ਹਨ। ਸਾਧ ਸੰਗਤ ਇੱਕ ਵਿਚਾਰ ਹੋਰ ਵੀ ਦੱਸ ਦਈਏ, ਕਿਉਂਕਿ ਜੋ ਮੂਰਤੀ ਪੂਜਾ ਹੈ ਨਾ, ਬੁੱਤ ਪ੍ਰਸਤੀ ਹੈ, ਇਸ ਨੂੰ ਗੁਰੂ ਘਰ ਦੇ ਵਿੱਚ ਮਨਾ ਕੀਤਾ ਗਿਆ ਹੈ। ਪਰ ਸਾਧ ਸੰਗਤ ਇਹ ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆਂ ਦੇ ਬਚਨ ਹਨ ਕਿ ਦੁਨੀਆ ਦੇ ਵਿੱਚ ਜਿੰਨਾ ਕੁਝ ਵੀ ਦੇਖਦੇ ਹੋ ਇਹ ਬੁੱਤ ਹੀ ਹਨ। ਸਰੀਰ ਵੀ ਬੁੱਤ ਹਨ, ਘਰ ਮਕਾਨ ਕੋਠੀਆਂ ਇਹ ਵੀ ਬੁੱਤ ਹਨ, ਪਰ ਇਹ ਬੁੱਤ ਇਹੋ ਜਿਹੇ ਹਨ ਜਿਹੜੇ ਨਿਸ਼ਿੱਧ ਜੂਨੀਆਂ ਦੇ ਵਿੱਚ ਲੈ ਜਾਂਦੇ ਹਨ। ਕੋਈ ਠਾਕੁਰ ਦੀ ਮੂਰਤੀ ਭਗਵਾਨ ਦੀ ਮੂਰਤੀ ਬਣਾਈ ਜਾਵੇ ਅਤੇ ਉਸ ਨੂੰ ਦੇਖਣ ਦੇ ਸਾਰ ਭਗਵਾਨ ਜਾਣੇ ਰੱਬ ਯਾਦ ਆਉਂਦਾ ਹੈ ਅਤੇ ਉਹ ਜੋ ਮੂਰਤੀਆਂ ਹਨ ਉਹ ਰੱਬ ਦੇ ਨਾਲ ਜੋੜਦੀਆਂ ਹਨ। ਉਹ ਮੂਰਤੀਆਂ ਰੱਬ ਦੇ ਨਾਲ ਜੋੜਦੀਆਂ ਹਨ, ਉਹਨਾਂ ਨੂੰ ਦੇਖਣ ਦੇ ਸਾਰ ਰੱਬ ਯਾਦ ਆ ਜਾਂਦਾ ਹੈ। ਤਾਂ ਤੇ ਸਾਧ ਸੰਗਤ ਇੱਥੋਂ ਹੀ ਉੱਠ ਕੇ ਅੱਗੇ ਫਿਰ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਨਿਵਾਸ ਹੁੰਦਾ ਹੈ। ਔਰ ਸਾਧ ਸੰਗਤ ਰਵਿਦਾਸ ਜੀ ਇਹਨਾਂ ਠਾਕੁਰ ਦੀਆਂ ਮੂਰਤੀਆਂ ਨੂੰ ਚੁਕਾ ਕੇ ਆਪਣੇ ਮੰਦਰ ਦੇ ਵਿੱਚ ਲੈ ਆਉਂਦੇ ਹਨ। ਜਿੱਥੇ ਕਿਤੇ ਜੈ ਜੈਕਾਰਾਂ ਹੋਈਆਂ ਅਤੇ ਸਾਧ ਸੰਗਤ ਅੱਜ ਵੀ ਜੈ ਜੈਕਾਰਾਂ ਹੋ ਰਹੀਆਂ ਹਨ। ਜਿੱਥੇ ਕਿਤੇ ਹੁਣ ਰਵਿਦਾਸ ਜੀਆਂ ਦਾ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਦੇ ਨਾਲ, ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਮਨਾਉਂਦੀਆਂ ਹਨ। ਔਰ ਸਾਧ ਸੰਗਤ ਔਰ ਰੱਬ ਦੇ ਪਿਆਰਿਆਂ ਦਾ ਜੈ ਜੈਕਾਰ, ਰੱਬ ਦੇ ਪਿਆਰਿਆਂ ਦੀ ਜੈ ਜੈਕਾਰ ਹੋਈ ਅਤੇ ਹੁੰਦੀ ਰਹੇਗੀ। ਅਤੇ ਆਪਾਂ ਵੀ ਸਾਧ ਸੰਗਤ ਨਗਰ ਛੰਨਾ ਦੀ ਸਿੱਖ ਸੰਗਤ ਨੇ ਉਦਮ ਉਪਰਾਲਾ ਕੀਤਾ। ਸਤਿਗੁਰੂ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ। ਭਗਤ ਰਵਿਦਾਸ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਵਾਸਤੇ ਹੁਣ ਕੁਝ ਕੁ ਸਮਾਂ ਇਹ ਰਾਤਰੀ ਦਾ ਕੀਰਤਨ ਦੀਵਾਨ ਦਾ ਰੱਖਿਆ ਗਿਆ ਸੀ। ਔਰ ਇੰਨੇ ਸਮੇਂ ਦੌਰਾਨ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ, ਇਤਿਹਾਸ ਦੀ ਵਿਚਾਰ ਕਰਦਿਆਂ ਸ਼ਬਦ ਦੇ ਅੱਖਰ ਵੱਧ ਘੱਟ ਲੱਗ ਜਾਂਦੇ ਹਨ। ਗੁਰੂ ਕੀ ਪਿਆਰੀ ਸਾਧ ਸੰਗਤ ਔਰ ਪ੍ਰਤੱਖ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ। ਸਾਧ ਸੰਗਤ ਸਭ ਸਿੱਖ ਸੰਗਤਾਂ ਨੇ ਮਿਲ ਜੁਲ ਕੇ ਇੱਕ ਧਾਰਨਾ ਦੇ ਵਿੱਚ ਬੋਲਣਾ, ਉਪਰੰਤ ਸ਼ਲੋਕ ਪੜ੍ਹਿਆ ਜਾਵੇਗਾ। ਸ਼ਲੋਕ ਤੋਂ ਉਪਰੰਤ ਗੁਰੂ ਮਹਾਰਾਜ ਜੀਆਂ ਦੇ ਚਰਨ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਜਾਵੇਗੀ। पंडित सूर छतर पत राजा, भगत बराबर कोई ना। पंडित सूर छतर पत राजा, भगत बराबर कोई ना। बराबर कोई ना, भगत बराबर कोई ना। बराबर कोई ना, भगत बराबर कोई ना। पंडित सूर छतर पत राजा, भगत बराबर कोई ना।
पंडित सूर छत्रपत राजा, भगत बराबर कोई ना। संत साई जी के अफजल तारन हार, सबते ऊंचे जानिए नानक नाम प्यार। तन 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 जन आया, जिस पर साध सब जगत तराया। जन यावन का यह सुआव, जन कै संग चित आवे नाओ। श्लोक पावन गुरु पाणी पिता, माता तरत महत। चंगियां बुरियां बाचै धर्म दूर। जिन्नी नाम त्याया, गए मसक्कत काल। जिन्नी नाम त्याया, गए मसक्कत काल। वाहिगुरु जी का खालसा, वाहिगुरु जी की फतेह फतेह। वाहिगुरु जी का खालसा, वाहिगुरु जी की फतेह।